अस्सलाम वालेकुम दोस्त, उम्मीद करदा खैर नाल होसी। अज दी वीडियो फ्रंट लोड LG 7 kg दी आ। फिलहाल तो मैं जो हीरे जवाहरात कढ़ रहा ਜਿਹੜੇ कि नुकसान देंदे ਇਹਦੀ रबड़ ਨੂੰ, ठीक है। बाकी ਇਹਦੇ बारे वीडियो बनावांगे ਤੇ ਸਾਰੀ ਤਫਸੀਲ ਦੱਸਾਂਗੇ ਤੇ ਕਿਸ ਤਰ੍ਹਾਂ ਬਣਾਈ, ਕੀ ਹਿਸਾਬ ਕਿਤਾਬ ਸਾਰਾ ਹੀ। ਇਹ ਚੀਜ਼ਾਂ ਨੁਕਸਾਨ ਦਿੰਦੀਆਂ ਵਾ। ਜਿਹੜੀ ਰਬੜ ਨਹੀਂ ਬਾਹਰ ਬੂਟ ਲੱਗਾ ਗੋਲ, ਇਹ ਫਟ ਜਾਂਦਾ। ਜੇ ਘਰ ਵਾਲੇ ਵੀਡੀਓ ਦੇਖਦੇ ਹੋ ਤਾਂ ਉਹਨਾਂ ਵਾਸਤੇ, ਅਗਰ ਮਕੈਨਿਕ ਹਜ਼ਰਾਤ ਉਹਨਾਂ ਵਾਸਤੇ ਵੀ ਗੱਲ ਹੈ ਕਿ ਜਿਹੜੇ ਨਿੱਕੇ ਨਿੱਕੇ ਬਸ ਘੂਏ ਤੇ ਮੋਤੀ, ਇਹ ਨੁੱਕਰ ਤੇਜ਼ ਹੁੰਦੀ ਆ ਅਤੇ ਫਟ ਜਾਂਦੇ। ਹੁਣ ਮੇਨ ਮਸਲਾ ਇਹਦਾ ਆ ਰਿਹਾ ਸੀਗਾ ਕਿ ਇਹਦੀ ਸੀਲ ਅਤੇ ਬੈਰਿੰਗ ਦਾ ਬੇੜਾ ਗਰਕ ਹੋਇਆ ਅਤੇ ਮੋਟਰ ਆਵਾਜ਼ ਦੇ ਰਹੀ ਬਹੁਤ ਭੈੜੀ, ਠੀਕ ਆ। ਇਹਨੂੰ ਰਿਪੇਅਰ ਕਰਾਂਗੇ, ਠੀਕ ਆ। ਤੁਸੀਂ ਬੈਰਿੰਗ ਦੀ ਹਾਲਤ ਦੇਖੋ ਅਤੇ ਮੁਕੰਮਲ ਵੀਡੀਓ ਵੇਖਿਓ ਅਤੇ ਤੁਹਾਨੂੰ ਨਾਲ ਦੱਸਦੇ ਹਾਂ ਕਿਸ ਤਰ੍ਹਾਂ ਰਿਪੇਅਰ ਕੀਤਾ, ਕਿਸ ਤਰੀਕੇ ਨਾਲ ਰਿਪੇਅਰ ਕਰਨ ਦਾ। ਅਤੇ ਇਹਦੀ ਪਹਿਲੇ ਵੀ ਇੱਕ ਵੀਡੀਓ ਇਸ ਮਸ਼ੀਨ ਦੀ ਅਪਲੋਡ ਕੀਤੀ ਹੋਈ ਆ, ਉਹ ਵੀ ਦੇਖਿਓ। ਅਤੇ ਜਿਹੜੇ ਦੋਸਤ ਬਾਬ ਚੈਨਲ 'ਤੇ ਨਵੇਂ ਆਏ ਆ, ਉਹ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨ ਅਤੇ ਲਾਈਕ ਕਰਿਓ, ਕਮੈਂਟ ਕਰਿਓ ਜੋ ਮਸਲਾ ਫੈਲ ਹੋਵੇ। ਹੁਣ ਆਹ ਖੋਲ੍ਹਣ ਦਾ ਪ੍ਰੋਸੀਜਰ ਆ। ਮੋਟਰ ਵਗੈਰਾ ਇਹਦੀ ਇਨਵਰਟਰ ਮੋਟਰ ਆ, ਜਿਹਨੂੰ ਕਹਿੰਦੇ ਡਾਇਰੈਕਟ ਡਰਾਈਵ ਮੋਟਰ ਜਿਹਨੂੰ ਕਹਿੰਦੇ, ਉਹ ਚੀਜ਼ ਆ। ਇਹਨੂੰ ਖੋਲ੍ਹਿਆ, ਇਹ ਜੈਕ ਉਤਾਰ ਲਿਆ, ਯਾਨੀ ਕਿ ਸਿਰਫ ਸਿੰਪਲ ਮੋਟਾ ਮੋਟਾ ਖੋਲ੍ਹਣ ਦਾ ਤਰੀਕਾ ਅਤੇ ਕਹਿ ਲਓ ਉਹ ਚੀਜ਼ ਆ। ਅਗਰ ਤਫਸੀਲੀ ਵੀਡੀਓ ਹੋਈ ਤਾਂ ਉਹ ਵੀ ਤੁਹਾਨੂੰ ਕਮੈਂਟ ਕਰਿਓ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਆ, ਵਰਨਾ ਅਗਰ ਜਿਹੜੇ ਮਕੈਨਿਕ ਹਜ਼ਰਾਤ ਆ ਉਹਨਾਂ ਦੀ ਨਹੀਂ ਸਮਝ ਆ ਜਾਂਦੀ। ਆਹ ਹੀਟਰ ਦੀਆਂ ਮੇਨ ਤਾਰਾਂ ਅਤੇ ਸੈਂਸਰ ਵਗੈਰਾ ਇਹ ਉਤਾਰ ਰਿਹਾ ਮੈਂ, ਠੀਕ ਆ। ਜਿਹੜਾ ਹੀਟਰ ਅੰਦਰ ਲੱਗਾ ਡਰਮ ਦਾ ਪਾਣੀ ਗਰਮ ਕਰਤਾ। ਇਸ ਤੋਂ ਬਾਅਦ ਇਹਨੂੰ ਕੱਢਦੇ ਬਾਹਰ ਅਤੇ ਡਰਮ ਖੋਲ੍ਹਣ ਵਾਸਤੇ ਪੈਨਲ ਦੇ ਕਨੈਕਸ਼ਨ ਉਤਾਰ ਲੈਣੇ। ਇਹਦੇ ਮੋਟਰ ਦਾ ਵਾਟਰ ਸੈਂਸਰ ਅਤੇ ਮੇਨ ਕੇਬਲ ਹੈ, ਠੀਕ ਆ। ਉਸ ਤੋਂ ਬਾਅਦ ਪੈਨਲ ਦੇ ਕਨੈਕਸ਼ਨ ਸਾਰੇ ਤਿਆਰ ਹੋ ਲਾ ਲਏ ਆ। ਦਰਵਾਜ਼ਾ ਫਰੰਟ ਖੋਲ੍ਹਣਾ, ਸੈਂਸਰ ਖੋਲ੍ਹਣ ਤੋਂ ਬਾਅਦ ਸੈਂਸਰ ਵੀ ਖੋਲ੍ਹਣਾ ਅਤੇ ਦਰਵਾਜ਼ਾ ਮੇਨ, ਯਾਨੀ ਦਰਵਾਜ਼ਾ ਤਾਂ ਨਹੀਂ ਇਹਨੂੰ ਕਹਾਂਗੇ, ਇਹਨੂੰ ਪੱਲਾ ਕਹਿ ਲਓ ਜਾਂ ਫਰੰਟ ਸਾਈਡ ਖੋਲ੍ਹ ਕੇ ਅਤੇ ਇਹਦੇ ਜ਼ੰਗ ਲੱਗਾ ਪੇਚਾਂ ਨੂੰ, ਉਹ ਨਹੀਂ ਖੁੱਲ੍ਹਦੀ। ਇਸੇ ਤਰ੍ਹਾਂ ਉਹਨੂੰ ਬਾਹਰ ਕਰ ਲਿਆ। ਇਹਦਾ ਨੀਚੇਲੇ ਪਾਈਪ ਦੇ ਕਨੈਕਸ਼ਨ, ਸ਼ਾਖ ਵਗੈਰਾ ਇਹ ਸਾਰੇ ਖੋਲ੍ਹ ਲੈਣੇ। ਅਤੇ ਮੇਨ ਚੀਜ਼ ਦਾ ਵੇਟ, ਇਹਨਾਂ ਦਾ ਵੇਟਾਂ ਨੂੰ ਖੋਲ੍ਹਣਾ। ਵੇਟਾਂ ਦਾ ਵੇਟ ਚੰਗਾ ਭਲਾ ਵਾ ਵਜ਼ਨ। ਹੁਣ ਇਸ ਮਸ਼ੀਨ ਨੂੰ ਖ਼ਰਾਬ ਹੋਇਆ 2-2.5 ਮਹੀਨੇ ਹੋ ਗਏ। ਇਹਦੇ ਅੰਦਰੋਂ ਪਾਣੀ ਨਿਕਲਿਆ। ਪਾਣੀ ਨਿਕਲਣ ਦੀ ਵਜ੍ਹਾ ਤੋਂ ਸਪਾਈਡਰ ਗਲ ਗਿਆ। ਸਪਾਈਡਰ ਦੀ ਇੱਕ ਲੱਤ ਜਿਹੜੀ ਉਹ ਗਲ ਗਈ ਆ, ਠੀਕ ਹੋ ਗਿਆ। ਡਰਮ ਬਾਹਰ ਕੱਢ ਲਿਆ ਮੁਕੰਮਲ ਹੀ। ਇਸੇ ਤਰ੍ਹਾਂ ਮੈਂ ਵਰਕਸ਼ਾਪ ਯਾਨੀ ਆਪਣੀ ਦੁਕਾਨ 'ਤੇ ਲੈ ਜਾਣਾ, ਕਿਉਂਕਿ ਘਰ ਵਾਲੇ ਡਿਸਟਰਬ ਹੋਣਗੇ। ਬੈਰਿੰਗ ਨੂੰ ਠੋਕਾ ਟਾਕੀ ਜਦੋਂ ਲਾਉਣੀ ਉਦੋਂ ਦੁਕਾਨ 'ਤੇ ਆ ਗਏ ਹਾਂ। ਇਹਦੇ ਜਿਹੜੇ ਆ ਉਹ ਪੇਚ ਵਗੈਰਾ ਉਹ ਖੋਲ੍ਹੇ ਆ। ਡਰਮ ਬਾਹਰ ਕੱਢਦੇ ਹਾਂ, ਠੀਕ ਹੈ। ਆਹ ਡਰਮ ਦੇਖ ਦਿਓ, ਆਹ ਕੰਡੀਸ਼ਨ ਇਹਦੀ ਬਣੀ। ਜ਼ੰਗ ਲੱਗ ਕੇ ਨਾ ਬੇੜਾ ਗਰਕ ਹੋਇਆ, ਯਾਨੀ ਸੀਲ ਜਿਹੜੀ ਉਹ ਡੈਮੇਜ ਹੋ ਗਈ ਅਤੇ ਬਾਹਰ ਆਉਣਾ ਪਿਆ। ਅਤੇ ਸ਼ਾਵਰ ਨੂੰ ਸੱਟ ਲਾਉਣੀ ਆ ਅਤੇ ਇਹਨੇ ਬਾਹਰ ਨਿਕਲ ਜਾਣਾ। ਮੈਂ ਸਿਰਫ ਤੁਹਾਨੂੰ ਫਾਰਮੈਲਿਟੀ ਲਈ ਪੂਰਾ ਵੀਡੀਓ ਦਿਖਾ ਰਿਹਾ ਅਤੇ ਕਿਸ ਤਰ੍ਹਾਂ ਕੱਢ ਲਏ, ਕਿਸ ਤਰ੍ਹਾਂ ਚੀਜ਼। ਆਹ ਚੀਜ਼ ਦੇਖੋ ਨਾ ਕਿਸ ਤਰ੍ਹਾਂ ਖ਼ਰਾਬ ਹੋਈ, ਜ਼ੰਗ ਲੱਗ ਕੇ ਬੇੜਾ ਗਰਕ ਹੋਇਆ ਇਹਦਾ। ਇਹਨੂੰ ਨਾ ਹੁਣ ਬਾਹਰ ਕੱਢਦੇ, ਬੈਰਿੰਗ ਸ਼ੈਰਿੰਗ ਇਹਦੀ ਸੀਲ ਵਗੈਰਾ ਬਾਹਰ ਕੱਢਦੇ, ਠੀਕ ਹੈ। ਆਹ ਸਮਾਨ ਇਹਦਾ ਆ ਗਿਆ, ਸੀਲ ਅਤੇ ਬੈਰਿੰਗ ਨਵੇਂ ਪਾਵਾਂਗੇ। ਇਹਨਾਂ ਨੰਬਰ ਹੋ ਗਿਆ 305 ਅਤੇ 6305 ਅਤੇ 6306 ਇਹਦਾ ਨੰਬਰ ਆ, ਠੀਕ ਹੈ। ਅਤੇ ਇਹਨੂੰ ਮੁਕੰਮਲ ਫਿੱਟ ਕਰਕੇ ਤੁਹਾਨੂੰ ਦਿਖਾਉਂਦਾ ਮੈਂ। ਦਿਖਾਉਣ ਦਾ ਮਕਸਦ ਇਹ ਵਾ ਕਿ ਬਾਅਦ ਮਸ਼ੀਨਾਂ 'ਚ ਬੈਰਿੰਗ ਵਗੈਰਾ ਇਸ ਕੰਡੀਸ਼ਨ 'ਚ ਨਿਕਲਦਾ ਜਾਂ ਕੱਢਦੇ ਆ ਉਹਨਾਂ ਨੰਬਰ ਵਗੈਰਾ ਗਾਇਬ ਹੋ ਜਾਂਦੇ ਆ। ਉਹ ਫਿਰ ਦਿਖਾਉਣ ਦਾ ਮਕਸਦ ਇਹ ਹੁੰਦਾ ਕਿ ਅਗਰ ਕਿਸੇ ਨੂੰ ਵੀਡੀਓ ਦੇਖੇ ਜਾਂ ਕੋਈ ਉਹਦਾ ਫਾਇਦਾ ਹੋ ਜਾਏ। ਵਰਨਾ ਬੈਰਿੰਗ ਠੋਕੋ, ਅਗਲੇ ਬੰਦੇ ਨੂੰ ਦੱਸੋ ਵੀ ਠੁੱਕ ਗਿਆ, ਠੀਕ ਆ। ਉਹ ਨੰਬਰ ਯਾਦ ਰਹਿ ਜਾਂਦਾ, ਜਿੰਨੀ ਦੇਰ ਵੀਡੀਓ ਰਹਿਣੀ ਸਿੱਧਾ ਬਾਹਰੋਂ ਨੰਬਰ ਰਹਿਣਾ ਵਾ, ਠੀਕ ਹੈ। ਅਤੇ ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਲਾਈਕ ਕਰਿਓ, ਕਮੈਂਟ ਕਰਿਓ। ਇਹਦੇ ਨਾਲ ਹੌਸਲਾ ਅਫਜ਼ਾਈ ਹੁੰਦੀ ਹੈ। ਹੁਣ ਬੈਰਿੰਗ ਵਗੈਰਾ ਲੈਵਲ 'ਚ ਠੋਕਦੇ ਆ, ਠੀਕ ਹੈ। ਅਤੇ ਲੈਵਲ 'ਚ ਠੋਕਣ ਤੋਂ ਬਾਅਦ ਹੁਣ ਵਾਰੀ ਆ ਗਈ ਸੀਲ ਦੀ। ਸੀਲ ਠੋਕਣ ਤੋਂ ਬਾਅਦ ਇਹਦੇ ਉੱਤੇ ਲਾਵਾਂਗੇ ਮੈਜਿਕ। ਕੁਛ ਇਹ ਡਾਊਟ ਆ ਕਿ ਮੈਜਿਕ ਵਗੈਰਾ ਤੋਂ ਸੀਲ ਬਾਹਰ ਨਾ ਆਵੇ, ਵਰਨਾ ਆਉਂਦੀ ਤਾਂ ਨਹੀਂ ਟਾਈਟ ਠੋਕੀ ਜਾਂ ਫਿਰ ਵੀ ਇਹਤਿਆਤ ਦੇ ਜ਼ਿਮਰੇ 'ਚ ਆਉਂਦਾ ਕਿ ਇਹਨੂੰ ਨਾ ਮੈਜਿਕ ਲਾਈ। ਹੁਣ ਵਾਰੀ ਆ ਗਈ ਫਿਟਿੰਗ ਦੀ। ਫਿਟਿੰਗ ਕਰਨ ਦਾ ਵੀ ਇਹਦਾ ਆਸਾਨ ਹੱਲ ਆ ਕਿ ਨਾ ਇਹਨੂੰ ਬੈਰਿੰਗ ਠੋਕਣ ਤੋਂ ਬਾਅਦ ਸ਼ਾਵਰ ਨੂੰ ਸੱਟ ਨਹੀਂ ਲਾਉਣੀ, ਕਿਉਂਕਿ ਡਰਮ ਅਗਰ ਟੇਢਾ ਹੋ ਗਿਆ ਅਤੇ ਅਨਬੈਲੈਂਸ ਹੋ ਜਾਣਾ ਅਤੇ ਉਹਨੇ ਪੜਨੇ ਪਾ ਦੇਣਾ ਤੁਹਾਨੂੰ।
ਇਹਨੂੰ ਇੱਥੇ ਰੱਖ ਕੇ ਪੁਲੀ ਰੱਖ ਕੇ ਸਿਰਫ ਨਟ ਐਡ ਕਰਨਾ ਅਤੇ ਬੰਬੂ ਕਲਾਸ ਦੇ ਟਾਈਟ ਹੋ ਜਾਣਾ, ਫਿੱਟ ਹੋ ਜਾਣਾ ਸ਼ਾਇਦ ਜਿਸ ਤਰ੍ਹਾਂ ਮੈਂ ਕਰਨ ਲੱਗਾ ਨਾ। ਇਹ ਪੁਲੀ ਵੀ ਕਹਿ ਸਕਦੇ ਹੋ, ਅਤੇ ਇਹਨੂੰ ਮੋਟਰ ਦਾ ਕਵਰ ਵੀ ਕਹਿ ਸਕਦੇ ਹੋ, ਕਿਉਂਕਿ ਇਹਦੇ ਅੰਦਰ ਮੈਗਨੇਟ ਆ। ਆਮ ਜ਼ਬਾਨ 'ਚ ਰੂਟੀਨ 'ਚ ਅਲਫਾਜ਼ ਵੱਧ ਘੱਟ ਹੋ ਜਾਂਦੇ ਆ, ਠੀਕ ਹੈ, ਅਤੇ ਉਹ ਤੁਸੀਂ ਆਪ ਐਡਜਸਟ ਕਰ ਲਿਓ। ਇਹਦਾ ਨਾ ਹੁਣ ਟਾਈਟ ਕਰਕੇ ਨਾ ਇਹਨੂੰ ਅਤੇ ਬਿਠਾਤਾ, ਤੁਸੀਂ ਦੇ ਰਹੇ ਹੋ ਕਿਨਾਰੀ ਅਤੇ ਬਿਲਕੁਲ ਲੈਵਲ ਆ ਗਿਆ, ਅੱਗੇ ਵਾਸ਼ਲ ਦਾ ਐਂਡ ਹੋ ਗਿਆ, ਯਾਨੀ ਕਿ ਕਿਨਾਰਾ ਬਿਲਕੁਲ ਬਰਾਬਰ ਬੈਠਿਆ। ਹੁਣ ਇਹਨੂੰ ਇਸ ਤੋਂ ਬਾਅਦ ਪੇਜ ਲਾ, ਅਤੇ ਪੇਜ ਲਾਉਣ ਤੋਂ ਬਾਅਦ ਇਹਨੂੰ ਮੈਂ ਲੈ ਚੱਲਾਂ ਅਗਲੇ ਘਰ। ਮੁਕੰਮਲ ਹੋਣ ਦੀ ਵਜ੍ਹਾ ਇਹ ਸੀ ਸ਼ਾਵਟ 'ਚ ਕੋਈ ਮਸਲਾ ਅਤੇ ਕਢਾਉਣ 'ਚ ਮਸਲਾ, ਕਿਉਂਕਿ ਜ਼ੰਗ ਲੱਗ ਜਾਂਦਾ। ਜ਼ੰਗ ਲੱਗਣ ਦੀ ਵਜ੍ਹਾ ਤੋਂ ਫਿਰ ਕਾਫੀ ਖਪਣਾ ਪੈਂਦਾ, ਅਤੇ ਘਰ ਵਾਲੇ ਪਰੇਸ਼ਾਨ ਹੁੰਦੇ ਕਿ ਮਸ਼ੀਨ ਨਾ ਹੋ ਕੇ ਰਿਹਾ ਵਾ, ਠੀਕ ਹੈ। ਫਿਟਿੰਗ ਵਗੈਰਾ ਕਰਤੀ ਸਾਰੀ, ਡਰਮ ਚਾੜਤਾ, ਸ਼ਾਖ ਵਗੈਰਾ ਪਾਉਂਦੇ ਆ, ਸ਼ਾਖ ਲੂਜ਼ ਆ, 1-2 ਟਾਈਟ ਆ, ਗੁਜ਼ਾਰਾ ਕਰ ਜਾਣਗੇ। ਅਤੇ ਤੁਹਾਨੂੰ ਮੈਂ ਹੁਣ ਇਹ ਵੀ ਦਿਖਾਉਂਦਾ ਕਿ ਮੈਨੂਅਲ ਕਿੱਦਾਂ ਵਾਸ਼ ਕਰੀਦੇ ਕੱਪੜੇ, ਕਿਉਂਕਿ ਪਾਣੀ ਖਤਮ ਆ, ਲਾਈਟ ਆ ਰਹੀ ਸੋਲਰ ਦੀ, ਪਰ ਆ ਥੋੜ੍ਹੀ ਰਹੀ ਆ, ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਅਤੇ ਪੰਪ ਨਹੀਂ ਚੱਲਣਾ ਅਤੇ ਵਾਪਡਾ ਬੰਦ ਆ। ਹੁਣ ਪੈਨਲ ਵਗੈਰਾ ਦਾ ਕਨੈਕਸ਼ਨ ਕਰਕੇ, ਦਰਵਾਜ਼ਾ ਲਾ ਕੇ, ਇਹਨੂੰ ਠੀਕ ਆ, ਰਬੜ ਦਾ ਰਿੰਗ ਪਾ ਕੇ, ਇਹ ਸਾਰਾ ਫਾਰਮੈਲਿਟੀ ਜਿਹੜੀ ਮੈਂ ਪੂਰੀ ਕਰ ਲਈ ਆ। ਤੁਹਾਨੂੰ ਮੈਂ ਦੱਸ ਰਿਹਾ, ਹੁਣ ਇਹਦੇ ਜੈਕ ਲਾਤੇ ਆ ਆੜੇ, ਜਿਸ ਤਰ੍ਹਾਂ ਖੋਲ੍ਹੇ ਉਸੇ ਤਰ੍ਹਾਂ ਜੈਕ ਵਾਪਸ ਲਾਤੇ। ਇਹਨੂੰ ਫਿਟਿੰਗ ਕਰਨ ਤੋਂ ਬਾਅਦ ਬਾਕੀ ਜਿਹੜੇ ਛੋਟੇ ਮੋਟੇ ਪੇਚ ਵਗੈਰਾ ਉਹ ਲਾਉਂਦੇ ਆ, ਇਹਦਾ ਉੱਪਰਲਾ ਕਵਰ ਲਾਉਂਦੇ ਆ, ਅਤੇ ਹੁਣ ਟੈਸਟ ਕਰਕੇ ਵੇਖਦੇ ਹਾਂ ਹੁਣ ਕੀ ਰਿਜ਼ਲਟ ਆ। ਰਿਜ਼ਲਟ ਤਾਂ ਇਨਸ਼ਾਅੱਲਾ ਅੱਲਾਹ ਖੈਰ ਰੱਖੇ ਬਿਹਤਰ ਹੋਏਗਾ। ਤੁਹਾਨੂੰ ਦਿਖਾਉਣ ਦਾ ਮਕਸਦ ਇਹ ਵਾ ਕਿ ਕਿਸ ਤਰ੍ਹਾਂ ਇਹ ਕੰਮ ਕਰਦੀ, ਕੀ ਹਿਸਾਬ ਕਿਤਾਬ ਹੈ ਨਾ। ਸਾਰੀ ਅਸੈਸਰੀ ਵਗੈਰਾ ਲਾਤੀ ਆ, ਪ੍ਰੋਗਰਾਮ ਇਹਦਾ ਸਿਲੈਕਟ ਕਰ ਲਿਆ ਵਾ, ਅਤੇ ਪਾਣੀ ਹੁਣ ਮੈਨੂਅਲ ਪਾ ਰਹੇ, ਕਿਉਂਕਿ ਪਾਣੀ ਜਿਹੜਾ ਸੀਗਾ ਉਹ ਬਾਲਟੀ 'ਚ ਪਿਆ ਸੀਗਾ, ਟੈਂਕੀ 'ਚ ਪਾਣੀ ਕੋਈ ਨਹੀਂ ਸੀ, ਅਤੇ ਹੁਣ ਮੈਨੂਅਲ ਇਹਨੂੰ ਦੇ ਰਿਹਾ, ਜਿੱਦਾਂ ਪੰਪ ਚੱਲ ਰਿਹਾ ਉਸੇ ਤਰ੍ਹਾਂ ਇਹਨੂੰ ਪਾਣੀ ਦੇ ਰਿਹਾ ਮੈਨੂਅਲ। ਲੇਕਿਨ ਇੱਕ ਤਜਰਬਾ ਹੋ ਗਿਆ ਕਿ ਇਹਨੇ ਜਿਹੜੇ ਸਾਰੇ ਕੱਪੜੇ ਉਹ ਇੱਕ ਬਾਲਟੀ ਨਾਲ ਵਾਸ਼ ਕੀਤੇ, ਠੀਕ ਆ। ਯਾਨੀ ਕਿ ਮੈਂ ਇਹ ਨਹੀਂ ਕੀਤਾ ਕਿ ਪਾਣੀ ਓਵਰ, ਜਿੰਨੀ ਦੇਰ ਪੰਪ ਚੱਲਦਾ ਉਨੀ ਦੇਰ ਉਹ ਯਾਨੀ ਕਿ ਵਾਲ ਓਪਨ ਹੁੰਦੇ ਸੀ, ਉਨੀ ਦੇਰ ਇਹਨੂੰ ਪਾਣੀ ਦੇਣਾ, ਉਸ ਤੋਂ ਬਾਅਦ ਬੰਦ ਕਰਨਾ। ਸਪਿਨ 'ਚ ਵਾਸ਼ ਦੋਨਾਂ 'ਚ ਇੱਦਾਂ ਕੀਤੀ, ਅਤੇ ਇੱਕ ਬਾਲਟੀ ਤੋਂ ਥੋੜ੍ਹਾ ਲੱਗਾ ਪਾਣੀ, ਪੂਰੀ ਬਾਲਟੀ ਵੀ ਨਹੀਂ ਲੱਗੀ, ਠੀਕ ਹੈ। ਬਾਲਟੀ ਵੀ ਤੁਹਾਨੂੰ ਦਿਖਾ ਦਾਂਗਾ। ਅਤੇ ਇਹਨੂੰ ਚੈੱਕ ਕੀਤਾ, ਫਿਰ ਵਾਸ਼ ਕੀਤਾ, ਫਿਰ ਸਪਿਨ ਕੀਤਾ ਇਹਨੂੰ, ਅਤੇ ਯਾਨੀ ਉਹ ਚੈੱਕ ਚੁੱਕ ਕੀਤਾ ਕੀ ਹਾਲਾਤ ਆ, ਠੀਕ ਹੈ। ਇਹ ਸੀ ਅੱਜ ਦੀ ਵੀਡੀਓ। ਉਮੀਦ ਆ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ, ਅਤੇ ਅਗਰ ਕੋਈ ਕਮੀ ਬੇਸ਼ੀ ਵਾਧਾ ਘਾਟਾ ਕੋਈ ਗੱਲਬਾਤ ਪੁੱਛਣੀ ਜਾਂ ਦੱਸਣੀ ਹੋਵੇ ਕਮੈਂਟ ਕਰਿਓ, ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਸ ਤਰ੍ਹਾਂ ਦੀ ਮੁਖਤਲਿਫ ਵੀਡੀਓ ਜਿਹੜੀਆਂ ਸੋਲਰ ਰਿਪੇਅਰਿੰਗ, ਜਨਰੇਟਰ, ਕੰਪਰੈਸਰ, ਘਰੇਲੂ ਹਾਲਾਤ ਦੇ ਮੁਤਲਕ ਅਪਲੋਡ ਇਨਸ਼ਾਅੱਲਾ ਕਰਾਂਗੇ ਅਤੇ ਕਰਦੇ ਰਹਾਂਗੇ। ਅਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ ਇਸ ਤਰ੍ਹਾਂ ਦੀ ਕੋਈ ਹੋਈ, ਅਤੇ ਜੇ ਕੋਈ ਸਵਾਲ ਜਵਾਬ ਹੋਇਆ ਤਾਂ ਉਹ ਵੀ ਪੁੱਛਿਓ। ਉਹਦੇ ਨਾਲ ਇਹ ਵਾ ਕਿ ਸਾਡਾ ਵੀ ਕੋਈ ਜ਼ਹਨ ਖੁੱਲ੍ਹੇਗਾ, ਤੁਹਾਨੂੰ ਕੁਛ ਸਿੱਖਣ ਨੂੰ ਮਿਲੇਗਾ। ਇਸੇ ਕਰ ਕਰਾ ਕੇ ਕੁਛ